ਹੁਣ ਮੁਆਵਜ਼ਾ ਮਿਲਿਆ ਜਿਹੜੇ 155 ਦੀ ਮੌਤ ਹੋਈ ਹੈ? ਸਰ 155 ਕਾਮੇ ਦੀ ਜਿਹੜੀ ਦੀ ਮੌਤ ਹੋਈ ਹੈ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਕਰੰਟ ਲੱਗਣ ਨਾਲ ਮੌਤਾਂ ਹੋਈਆਂ ਨੇ ਜਿਹੜੀਆਂ 155 ਹੋਈਆਂ ਨੇ? ਬਿਲਕੁਲ ਸਰ, ਇਹ ਜਿਹੜੀਆਂ ਮਤਲਬ ਕਰੰਟ ਦੇ ਦੌਰਾਨ ਡਿਊਟੀ ਦੇ ਦੌਰਾਨ ਇਹ ਮੌਤਾਂ ਹੋਈਆਂ। ਇਹ ਮੌਤ ਹੋ ਵੀ ਕਿਉਂ ਰਹੀ ਹੈ, ਇਹਦਾ ਵੱਡਾ ਕਾਰਨ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੇ ਆਪਾਂ ਸੋਚੀਏ ਬਹੁਤ ਮੁਲਾਜ਼ਮ ਹੁੰਦੇ ਸੀ ਬਿਜਲੀ ਬੋਰਡ ਦੇ ਵਿੱਚ ਕਿਸੇ ਟਾਈਮ, ਪਰ ਜੇ ਅੱਜ ਆਪਾਂ ਗੱਲ ਕਰ ਲਈਏ ਮਤਲਬ ਕਨੈਕਸ਼ਨਾਂ ਦੀ ਗਿਣਤੀ 90 ਲੱਖ ਤੋਂ ਉੱਪਰ ਹੋ ਚੁੱਕੀ ਆ ਜੀ, ਪਰ ਅੱਜ ਮੁਲਾਜ਼ਮ ਜੇ ਦੇਖੀਏ 25,000 ਸਾਰਾ ਰਹਿ ਗਿਆ। ਕਿੰਨੇ ਪੈਸੇ ਦਿੰਦੇ ਨੇ ਕੰਟਰੈਕਟ ਬੇਸਿਸ ਤੇ ਜਿਹੜੇ ਕੰਮ ਕਰਦੇ ਨੇ? ਜਿਹੜੇ ਮਤਲਬ ਕੰਮ ਕਰ ਰਹੇ ਆ ਇਹਨਾਂ ਨੂੰ 10,454 ਰੁਪਇਆ ਦਿੱਤਾ ਜਾ ਰਿਹਾ ਹੈ। 10,000 ਦੇ ਵਿੱਚ ਆਪਣੀ ਜਾਨ ਜ਼ੋਖਮ ਦੇ ਵਿੱਚ ਪਾ ਰਹੇ ਨੇ। ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਵੀ ਇੱਕ CHB ਨੂੰ ਮਤਲਬ 24,000 ਕੁਛ ਰੁਪਇਆ ਮਤਲਬ ਉਹ ਦੇ ਰਹੇ ਆ। ਅਲੱਗ-ਅਲੱਗ ਰੇਟ ਨੇ ਠੇਕੇਦਾਰਾਂ ਦੇ, ਪਰ ਉਹਦੇ ਵਿੱਚ ਕੀ ਕੀਤਾ ਜਾਂਦਾ ਹੈ ਮਤਲਬ ਇੱਕ CHB ਦੇ ਵਿੱਚ 2 ਮੁਲਾਜ਼ਮ ਨੇ ਜਿਹੜਾ ਕਿ 12,500 ਹੋ ਗਿਆ। ਮਤਲਬ ਉਹਦੇ ਵਿੱਚੋਂ ਵੀ ਜਿਹੜੇ ਠੇਕੇਦਾਰ ਕੰਪਨੀਆਂ ਉਹ ਰਲ ਕੇ ਛਕ ਰਹੀਆਂ। ਤੁਸੀਂ ਪਹੁੰਚ ਕੈਪਟਨ ਸਾਹਿਬ ਤੱਕ ਵੀ ਕਰ ਲਈ, ਤੁਸੀਂ ਬਲਬੀਰ ਸਿੱਧੂ ਹੋਰਾਂ ਤੱਕ ਵੀ ਕਰ ਲਈ, ਮੈਨੇਜਮੈਂਟ ਤੱਕ ਵੀ ਕਰ ਲਈ, ਪਰ ਕੋਈ ਰਾਹ ਜਿਹੜਾ ਦਿਖਦਾ ਨਹੀਂ ਹੈਗਾ। ਹੁਣ ਅੱਗੇ ਕੀ ਕਰਨ ਜਾ ਰਹੇ ਹੋ? ਅੱਗੇ ਸਾਡਾ ਲਗਾਤਾਰ ਅਸੀਂ ਦੇਖ ਲਓ ਸਾਡੇ ਰਿਕਾਰਡ ਪਿਛਲੇ ਸਮੇਂ 'ਚ 2 ਜੂਨ ਨੂੰ ਅਸੀਂ ਵੱਡਾ ਇਕੱਠ ਕਰਕੇ ਪਟਿਆਲੇ ਦੀ ਧਰਤੀ 'ਤੇ ਕੀਤਾ। ਆ ਪਿੱਛੇ ਹੁਣ 15 ਜੁਲਾਈ ਨੂੰ, ਹਲੇ ਮਹੀਨਾ ਵੀ ਨਹੀਂ, 15 ਜੁਲਾਈ ਨੂੰ ਅਸੀਂ ਮਤਲਬ ਕਿਰਤ ਕਮਿਸ਼ਨ ਦੇ ਪੰਜਾਬ ਮੋਹਾਲੀ ਦਫ਼ਤਰ ਦੇ ਅੱਗੇ ਕਿਰਤ ਵਿਭਾਗ ਦੇ ਉੱਥੇ ਕਰਕੇ ਆਏ ਆ। ਤੇ ਜਿਹਦੇ ਰਿਕਾਰਡਿੰਗ ਸਾਡੀ ਮੀਟਿੰਗ ਮੈਨੇਜਮੈਂਟ ਨੇ 16 ਤਰੀਕ ਨੂੰ ਕੀਤੀ ਸੀ, 16/7 ਨੂੰ, ਤੇ ਉਹ ਤੋਂ ਬਾਅਦ ਸਾਡੀ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਜਿਹੜੀ 24/10 ਨੂੰ ਹੋਈ। ਉਹਨਾਂ ਵਿੱਚ ਉਹਨਾਂ ਨੇ ਕੋਈ ਠੋਸ ਹੱਲ ਜਿਹੜਾ ਨਹੀਂ ਕੀਤਾ। ਕਰੋਨਾ ਕਾਲ ਦੇ ਦੌਰਾਨ ਜਦੋਂ ਇਹ ਮਹਾਮਾਰੀ ਹੈ ਤਾਂ ਕਿਸੇ ਨੂੰ ਨੌਕਰੀ ਤੋਂ ਹਟਾਉਣਾ ਨਹੀਂ, ਇਸ ਦੌਰਾਨ ਵੀ ਕੱਢੇ ਗਏ ਨੇ? ਹਾਂਜੀ ਬਿਲਕੁਲ ਜੀ। 1/6 ਨੂੰ ਮਤਲਬ ਕਾਮਿਆਂ ਦੀ ਵੱਡੀ ਪੱਧਰ ਤੇ ਖੰਨਾ ਕਿੰਨੇ ਨੇ ਇਹ 600 ਦੇ ਲਗਭਗ ਜਿਹੜੇ ਕਾਮੇ ਆ। ਕੀ ਕੋਈ ਵਜ੍ਹਾ ਕਾਰਨ ਦੱਸਿਆ ਗਿਆ? ਕਾਰਨ ਮੈਨੇਜਮੈਂਟ ਇਹ ਦੱਸ ਰਹੀ ਹੈ ਕਿ ਅਸੀਂ ਇਲਮ ਦੀ ਭਰਤੀ ਦੇ ਬਹਾਨੇ ਹੇਠ ਉਹਨਾਂ ਨੂੰ ਮਤਲਬ ਘਰਾਂ ਨੂੰ ਤੋਰਿਆ ਜਾ ਰਿਹਾ ਹੈ, ਜਿਹੜੇ ਛਾਂਟੀ ਕੀਤੇ ਜਾ ਰਹੇ ਆ। ਅਸੀਂ ਇਹ ਪੁੱਛਣਾ ਚਾਹੁੰਦੇ ਆ ਸਰਕਾਰ ਤੇ ਮੈਨੇਜਮੈਂਟ ਤੋਂ ਕਿ ਅੱਜ ਬਿਜਲੀ ਬੋਰਡ ਦੇ ਵਿੱਚ ਕੰਮ ਕਿੰਨੇ ਲੱਖ ਕਨੈਕਸ਼ਨਾਂ ਦੀ ਗਿਣਤੀ ਹੋ ਚੁੱਕੀ ਆ, ਸੁੰਗੜ ਕੇ ਕਿੰਨੇ ਮੁਲਾਜ਼ਮ ਰਹਿ ਚੁੱਕੇ ਆ। ਜਿਹੜਾ ਹਾਦਸਿਆਂ ਦਾ ਕਾਰਨ ਵੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਵੀ ਹਾਦਸਿਆਂ ਦਾ ਕਾਰਨ ਵੀ ਇਹੀ ਕਾਰਨ ਆ ਕਿ ਮੁਲਾਜ਼ਮਾਂ ਦੀ ਘਾਟ ਆ। ਕੋਈ 23 ਸਾਲ ਦੀ ਜਾ ਰਿਹਾ, ਕੋਈ 30 ਸਾਲ ਦੀ ਜਾ ਰਿਹਾ, ਮਤਲਬ ਉਹਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ। ਅੱਛਾ, ਫਿਰ ਬੇਰੁਜ਼ਗਾਰੀ ਦਾ ਕਾਰਨ ਇੱਧਰ ਆਉਣ ਦਾ? ਬਿਲਕੁਲ ਜੀ, ਬੇਰੁਜ਼ਗਾਰੀ ਆ, ਕੋਈ ਰੁਜ਼ਗਾਰ ਹੈ ਨਹੀਂ। ਜਿਹੜਾ ਕੱਚਾ ਪੀਲਾ ਰੁਜ਼ਗਾਰ ਮਿਲਿਆ ਹੋਇਆ ਹੈ ਇਹਨੂੰ ਵੀ ਸਰਕਾਰ ਖੋਣ ਤੇ ਤੁਲੀ ਹੋਈ ਆ। ਉਹਦੇ ਵਿੱਚ ਵੀ ਮਤਲਬ ਵੱਡਾ ਕਪੜਾ ਪਿਛਲੇ ਸਮੇਂ 'ਚ ਕਰੋੜਾਂ ਰੁਪਈਆ ਹੈ। ਉਹ ਕਿਵੇਂ ਆ? ਉਹ ਇਹ ਹੈ ਵੀ ਜਿਵੇਂ ਮੰਨ ਲਓ ਮੈਨੂੰ ਅੱਜ 10,454 ਮਿਲ ਰਿਹਾ, ਜੇ ਅਸੀਂ ਪਿਛਲੇ ਸਮੇਂ 'ਚ ਗੱਲ ਕਰ ਲਈ ਵੀ ਮੈਨੂੰ 10,454 ਨਹੀਂ ਮਿਲਿਆ, ਮਿਲਣਾ ਚਾਹੀਦਾ 10,454 ਸੀ, ਪਰ ਮਿਲਿਆ 7,000 ਹੀ ਆ। ਉਹ ਕਿਉਂ? ਉਹ ਮਤਲਬ ਠੇਕੇਦਾਰਾਂ ਦਾ ਕਪੜਾ ਤੇ ਮੈਨੇਜਮੈਂਟ ਦਾ ਕਪੜਾ। ਟੈਂਡਰ ਫਿਰ ਜਿਹੜਾ ਸਸਤੇ ਤੋਂ ਸਸਤਾ ਦਿੰਦੀ ਆ ਰੇਟ ਉਹਨੂੰ ਦਿੱਤਾ ਜਾਂਦਾ? ਹਾਂਜੀ, ਜਿਹੜਾ ਮਤਲਬ ਰੇਟ ਆ ਪਿਛਲੇ ਸਮੇਂ ਦੇ ਵਿੱਚ ਜਦੋਂ 2011 ਦੀ ਗੱਲ ਕਰ ਲਈਏ ਉਦੋਂ 45,000 ਤੋਂ ਲੈ ਕੇ 52,000 ਤੱਕ ਸੀ। ਕੀ ਚੀਜ਼? ਮਤਲਬ ਟੈਂਡਰ ਇੱਕ ਵਰਕਰ ਦਾ। ਇੱਕ ਵਰਕਰ ਦਾ? ਹਾਂਜੀ, ਇੱਕ ਵਰਕਰ ਦਾ। ਤੇ ਤੁਹਾਨੂੰ 10,454 ਤੇ ਉਹਨਾਂ ਨੂੰ 45,000 ਤੋਂ? ਹਾਂਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਅੱਜ ਤੁਹਾਡੇ ਨਾਲ ਅਸੀਂ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਬਲਿਹਾਰ ਸਿੰਘ ਨਾਲ। ਦਰਅਸਲ ਪਿਛਲੇ ਸਮੇਂ ਦੇ ਵਿੱਚ ਪਿਛਲੇ 4 ਸਾਲਾਂ ਦੇ ਵਿੱਚ 155 CHB ਦੀ ਮੌਤ ਹੋ ਚੁੱਕੀ ਹੈ ਤੇ ਉਹ ਵੀ ਡਿਊਟੀ ਦੌਰਾਨ। ਤੇ ਇਸ ਡਿਊਟੀ ਦੌਰਾਨ ਉਹਨਾਂ ਨੂੰ ਨਾ ਤਾਂ ਕੋਈ ਮੁਆਵਜ਼ਾ ਮਿਲਿਆ, ਨਾ ਸਰਕਾਰ ਵੱਲੋਂ ਜਿਹੜੀ ਇੱਕ ਇੰਸ਼ੋਰੈਂਸ ਦੀ ਗੱਲ ਹੈ ਉਹ ਦਿੱਤੀ ਗਈ ਤੇ ਨਾ ਹੀ ਹੋਰ ਬੈਨੀਫਿਟਸ ਜਿਹੜੇ ਦਿੱਤੇ ਜਾ ਰਹੇ ਨੇ। ਇੰਨਾ ਹੀ ਨਹੀਂ, ਬਹੁਤ ਸਾਰੇ ਜਿਹੜੇ ਨੌਜਵਾਨ ਨੇ ਡਿਊਟੀ ਦੌਰਾਨ ਨਕਾਰਾ ਹੋ ਗਏ, ਕਿਸੇ ਦਾ ਹੱਥ ਜ਼ਖਮੀ ਹੋ ਗਿਆ, ਕਿਸੇ ਦੀ ਲੱਤ ਜ਼ਖਮੀ ਹੋ ਗਈ, ਕਿਉਂਕਿ ਇਹ CHB ਨੇ ਜਿਹੜੇ ਕੰਪਲੇਂਟ ਹੈਂਡਲਿੰਗ ਬਾਈਕ ਦੇ ਅੰਡਰ ਇਹ ਕੰਮ ਕਰਦੇ ਨੇ, ਕੰਟਰੈਕਟ ਤੇ ਕੰਮ ਕਰਦੇ ਨੇ ਤੇ ਇਹਨਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਲਗਾਤਾਰ ਪ੍ਰੋਟੈਸਟ ਵੀ ਕਰ ਰਹੇ ਨੇ ਤੇ CHB ਜਿਹੜੀ ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਉਹਦੇ ਪ੍ਰਧਾਨ ਬਲਿਹਾਰ ਸਿੰਘ ਪੰਜਾਬ ਦੇ ਪ੍ਰਧਾਨ ਸਾਡੇ ਨਾਲ ਨੇ। ਬਲਿਹਾਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਇਹ ਵੱਡੀ ਗੱਲ ਸਾਹਮਣੇ ਆ ਗਈ ਹੈ ਕਿ 155 ਨੌਜਵਾਨਾਂ ਦੀ ਡਿਊਟੀ ਦੌਰਾਨ ਮੌਤ ਹੋ ਜਾਵੇ ਤੇ ਬੈਨੀਫਿਟ ਕੋਈ ਵੀ ਨਾ ਮਿਲੇ। ਕੀ ਅੰਕੜੇ ਨੇ ਤੁਹਾਡੇ ਕੋਲ, ਪਹਿਲਾਂ ਤਾਂ ਇਹ ਦੱਸੋ। ਇਹ ਸਰ ਜਿਹੜਾ ਮਤਲਬ ਪਹਿਲਾਂ ਤਾਂ ਅੰਕੜਾ ਮਤਲਬ ਜਿਹੜੀ ਸਰਕਾਰ ਦੀ ਨਿੱਜੀਕਰਨ ਦੀ ਪਾਲਿਸੀ ਆ ਜੀ, ਉਹਦੇ ਤਹਿਤ ਮਤਲਬ ਇਹ 2011 ਦੇ ਵਿੱਚ CHB ਠੇਕਾ ਕਾਮੇ ਦੀ ਭਰਤੀ ਕੀਤੀ ਗਈ ਆ। ਇਹ ਵੱਖ-ਵੱਖ ਆਊਟਸੋਰਸਿੰਗ ਰਾਹੀਂ ਕੰਪਨੀਆਂ ਨੇ, ਠੇਕੇਦਾਰ ਹੈ ਜਿਹਨਾਂ ਰਾਹੀਂ ਮਤਲਬ ਇਹ ਭਰਤੀ ਕੀਤੀ ਗਈ ਆ। ਪਰ ਮਤਲਬ ਜੇ ਆਪਾਂ ਸੋਚੀਏ ਜਿਹੜੇ ਵਰਕਆਊਟ ਦੇ ਵਿੱਚ ਪਾਇਆ ਗਿਆ ਵੀ ਘੱਟੋ ਘੱਟ 5 ਲੱਖ ਰੁਪਏ ਇੰਸ਼ੋਰੈਂਸ ਮਿਲਣੀ ਆ, ਹੋਰ ਮੈਨੇਜਮੈਂਟ ਨੇ 5 ਲੱਖ ਦੀ ਗ੍ਰੈਜੂਟੀ ਕੀਤੀ ਆ, ਵੀ ਉਹ ਜਦੋਂ ਕਾਮੇ ਦੀ ਡੈਥ ਹੋ ਜਾਂਦੀ ਆ ਤਾਂ ਮੈਨੇਜਮੈਂਟ ਤੇ ਸਰਕਾਰ ਤੇ ਵਿੱਚ ਅਧਿਕਾਰੀ ਜਿਹੜੇ ਆ ਉਹ ਆਪਦੀ ਜਿੰਦ ਜਾਨ ਨੂੰ ਬਚਾਉਣ ਵਾਸਤੇ
ਫਟਾਫਟ ਕਾਮੇ ਦਾ ਸੰਸਕਾਰ ਕਰਨ ਦੀ ਸੋਚ ਲੈਂਦੇ ਆ ਤੇ ਮਤਲਬ ਜਿਹੜਾ ਉਹਨੂੰ ਘੱਟੋ ਘੱਟ ਮੁਆਵਜ਼ਾ ਮਿਲਣਾ ਚਾਹੀਦਾ ਹੈ ਉਹ ਵੀ ਮਤਲਬ ਜੋ ਉਹਨਾਂ ਨੇ ਆਪਦੀ ਕਲਮਾਂ ਦੇ ਨਾਲ ਲਿਖਿਆ ਹੋਇਆ ਹੈ ਉਹ ਵੀ ਨਹੀਂ ਦਿੱਤਾ ਜਾ ਰਿਹਾ। ਕਿੰਨਾ ਮੁਆਵਜ਼ਾ ਮਿਲਣਾ ਚਾਹੀਦਾ ਔਨ ਰਿਕਾਰਡ ਹੈ ਤੁਹਾਡੇ ਕੋਲ, ਲੈਟਰਸ ਹੈਗੀਆਂ ਨੇ ਜਿਹੜੀਆਂ ਜਾਰੀ ਹੋਈਆਂ ਨੇ? ਹਾਂਜੀ, ਜਿਹੜਾ ਮਤਲਬ ਔਨ ਰਿਕਾਰਡ ਆਪਣੇ ਕੋਲ ਹੈਗਾ ਉਹ ਹੈਗਾ ਵੀ 5 ਲੱਖ ਰੁਪਇਆ ਗਰੁੱਪ ਇੰਸ਼ੋਰੈਂਸ ਜੇ ਕਿਸੇ ਕਾਮੇ ਦੀ ਡੈਥ ਹੋ ਜਾਂਦੀ ਹੈ ਤੇ ਉਹਦੇ ਨਾਲ ਹੀ ਜਿਹੜਾ ਸਾਡਾ EPF ਆ ESI ਕੱਟ ਹੋ ਰਿਹਾ ਹੈ ਉਹਦੇ ਰਿਕਾਰਡਿੰਗ ਉਹਨੂੰ ਕਾਮੇ ਨੂੰ ਪੈਨਸ਼ਨ ਲਾਗੂ ਹੋਣੀ ਹੈ। ਹੁਣ ਮੁਆਵਜ਼ਾ ਮਿਲਿਆ ਜਿਹੜੇ 155 ਦੀ ਮੌਤ ਹੋਈ ਹੈ? ਸਰ 155 ਕਾਮੇ ਦੀ ਜਿਹੜੀ ਦੀ ਮੌਤ ਹੋਈ ਹੈ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਕਿਸੇ ਨੂੰ ਨਹੀਂ ਮਿਲਿਆ? ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਤੁਸੀਂ ਸਹੀ ਬੋਲ ਰਹੇ ਹੋ? ਸਹੀ ਬੋਲ ਰਹੇ ਆ। ਜਾਂ ਸਾਡੇ ਅੱਗੇ ਲਿਆਦਵੇ ਮੈਨੇਜਮੈਂਟ ਵੀ ਅਸੀਂ ਕਿਸੇ ਨੂੰ ਦਿੱਤਾ, ਠੀਕ ਹੈ ਨਾ। ਅਸੀਂ ਲਗਾਤਾਰ 2016 ਤੋਂ ਲੈ ਕੇ ਮੈਨੇਜਮੈਂਟ ਇਹ ਕਿਹਨੇ ਕਰਾਉਣੀ ਸੀ ਗਰੁੱਪ ਇੰਸ਼ੋਰੈਂਸ? ਇਹ ਗਰੁੱਪ ਇੰਸ਼ੋਰੈਂਸ ਜਿਹੜਾ ਮਤਲਬ ਠੇਕੇਦਾਰ ਆ ਉਹਨੇ ਕਰਨੀ ਹੁੰਦੀ ਆ, ਬਟ ਜਿਹੜਾ ਮਤਲਬ ਨਾਲ ਪ੍ਰਿੰਸੀਪਲ ਇੰਪਲਾਇਰ ਆ, ਪ੍ਰਿੰਸੀਪਲ ਇੰਪਲਾਇਰ ਸਾਡਾ ਮਹਿਕਮਾ ਹੈ। ਮਹਿਕਮਾ ਜਿਹੜਾ ਸਾਡਾ ਵਰਕ ਆਰਡਰ ਹੋਇਆ, ਵਰਕ ਆਰਡਰ ਦੇ ਵਿੱਚ ਇਹ ਗੱਲ ਲਿਖੀ ਗਈ ਆ ਵੀ ਉਦੋਂ ਤੱਕ ਠੇਕੇਦਾਰ ਦਾ ਬਿੱਲ ਜਾਂ ਕੰਪਨੀ ਦਾ ਬਿੱਲ ਨਹੀਂ ਪਾਸ ਕਰਨਾ ਜਦੋਂ ਤੱਕ ਮਤਲਬ ਕਾਮੇ ਦਾ ਪੂਰੀ ਤਨਖਾਹ ਨਹੀਂ ਮਿਲਦੀ, ਇੰਸ਼ੋਰੈਂਸ ਨਹੀਂ ਮਿਲਦੀ। ਮਤਲਬ ਕੀ ਹੁੰਦਾ, ਜਿਹੜੇ ਅਫਸਰਸ਼ਾਹੀ ਆ ਉਹ ਮਤਲਬ ਬਿਨਾ ਮਤਲਬ ਤੋਂ ਬਿਨਾ ਕਿਸੇ ਚੈੱਕ ਕਰੇ ਤੋਂ ਉਹ ਠੇਕੇਦਾਰ ਦਾ ਬਿੱਲ ਪਾਸ ਕਰ ਲੈਂਦੇ ਨੇ। ਅੱਛਾ, ਜਿਹੜਾ ਇਹ ਬਿਜਲੀ ਬੋਰਡ ਦੇ ਵਿੱਚ ਤੁਸੀਂ ਐਜ਼ ਏ ਕੰਟਰੈਕਟ ਬੇਸਿਸ ਤੇ ਕੰਮ ਕਰਦੇ ਹੋ, ਹਾਂਜੀ, ਤੇ ਇਹ ਕਰੰਟ ਲੱਗਣ ਨਾਲ ਮੌਤਾਂ ਹੋਈਆਂ ਨੇ ਜਿਹੜੀਆਂ 155 ਹੋਈਆਂ ਨੇ? ਬਿਲਕੁਲ ਸਰ, ਇਹ ਜਿਹੜੀਆਂ ਮਤਲਬ ਕਰੰਟ ਦੇ ਦੌਰਾਨ ਡਿਊਟੀ ਦੇ ਦੌਰਾਨ ਇਹ ਮੌਤਾਂ ਹੋਈਆਂ, ਇਹ ਮੌਤ ਹੋ ਵੀ ਕਿਉਂ ਰਹੀ ਹੈ, ਇਹਦਾ ਵੱਡਾ ਕਾਰਨ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੇ ਆਪਾਂ ਸੋਚੀਏ ਬਹੁਤ ਮੁਲਾਜ਼ਮ ਹੁੰਦੇ ਸੀ ਬਿਜਲੀ ਬੋਰਡ ਦੇ ਵਿੱਚ ਕਿਸੇ ਟਾਈਮ, ਪਰ ਜੇ ਅੱਜ ਆਪਾਂ ਗੱਲ ਕਰ ਲਈਏ ਮਤਲਬ ਕਨੈਕਸ਼ਨਾਂ ਦੀ ਗਿਣਤੀ 90 ਲੱਖ ਤੋਂ ਉੱਪਰ ਹੋ ਚੁੱਕੀ ਆ, ਪਰ ਅੱਜ ਮੁਲਾਜ਼ਮ ਜੇ ਦੇਖੀਏ 25,000 ਸਾਰਾ ਰਹਿ ਗਿਆ। ਜਿਹੜਾ ਬੋਝ ਹੈ ਮਤਲਬ ਆਹ ਕੰਟਰੈਕਟ ਤੇ ਬਹੁਤ 5-6 ਹਜ਼ਾਰ ਭਰਤੀ ਕਰਕੇ ਇਹਨਾਂ ਤੇ ਬੋਝ ਪਾਇਆ ਜਾ ਰਿਹਾ, ਜਿਸ ਦੇ ਕਾਰਨ ਮਤਲਬ ਹਾਦਸੇ ਦਾ ਪੀੜਤ। ਕਿੰਨੇ ਪੈਸੇ ਦਿੰਦੇ ਨੇ ਕੰਟਰੈਕਟ ਬੇਸਿਸ ਤੇ ਜਿਹੜੇ ਕੰਮ ਕਰਦੇ ਨੇ ਨੌਜਵਾਨ? ਜਿਹੜੇ ਮਤਲਬ ਕਾਮੇ ਕੰਮ ਕਰ ਰਹੇ ਆ ਇਹਨਾਂ ਨੂੰ 10,454 ਰੁਪਇਆ ਦਿੱਤਾ ਜਾ ਰਿਹਾ ਹੈ। 10,000 ਦੇ ਵਿੱਚ ਆਪਣੀ ਜਾਨ ਜੋਖਮ ਦੇ ਵਿੱਚ ਪਾ ਰਹੇ ਨੇ। ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਵੀ ਇੱਕ CHB ਨੂੰ ਮਤਲਬ 24,000 ਕੁਛ ਰੁਪਇਆ ਮਤਲਬ ਉਹ ਦੇ ਰਹੇ ਆ, ਅਲੱਗ-ਅਲੱਗ ਰੇਟ ਨੇ ਠੇਕੇਦਾਰਾਂ ਦੇ। ਪਰ ਉਹਦੇ ਵਿੱਚ ਕੀ ਕੀਤਾ ਜਾਂਦਾ ਹੈ, ਮਤਲਬ ਇੱਕ CHB ਦੇ ਵਿੱਚ 2 ਮੁਲਾਜ਼ਮ ਨੇ ਜਿਹੜਾ ਕਿ 12,500 ਹੋ ਗਿਆ। ਮਤਲਬ ਉਹਦੇ ਵਿੱਚੋਂ ਵੀ ਜਿਹੜੇ ਠੇਕੇਦਾਰ ਕੰਪਨੀਆਂ ਉਹ ਰਲ ਕੇ ਛਕ ਰਹੀਆਂ। ਅੱਛਾ, ਇਹ ਜਿਹੜਾ ਕਰੰਟ ਲੱਗਣ ਦਾ ਕਾਰਨ ਕੀ ਹੈ? ਕੀ ਕੋਈ ਅਣਗਹਿਲੀ ਵਾਪਰ ਜਾਂਦੀ ਹੈ, ਕੋਈ ਕਿੱਟ ਨਹੀਂ ਹੈਗੀ, ਕੀ ਕਾਰਨ ਹੈ ਕਿ ਜਿਹੜੇ ਇਕਵਿਪਮੈਂਟਸ ਦੇਣੇ ਚਾਹੀਦੇ ਸੀਗੇ ਉਹ ਨਹੀਂ ਪੂਰੇ ਹੁੰਦੇ? ਸਰ, ਜਿਹੜੀ ਇਹ ਹਾਦਸੇ ਵਾਪਰੇ, ਇੱਕ ਤਾਂ ਪਹਿਲੀ ਆ ਵੀ ਟ੍ਰੇਨਿੰਗ ਦਾ ਪ੍ਰਬੰਧ ਨਹੀਂ ਕੋਈ ਕੀਤਾ ਜਾ ਰਿਹਾ। ਜਿਹੜਾ ਹਾਦਸਾ ਹੈ ਮਤਲਬ 11,000 ਵੋਲਟ, ਪਹਿਲਾਂ ਸਾਡੇ 2019 ਦੇ ਵਿੱਚ ਵਰਕ ਆਰਡਰ ਉਹਦੇ ਵਿੱਚ ਸਾਡੇ LT ਦਾ ਕੰਮ ਲਿਆ ਜਾ ਰਿਹਾ ਸੀ ਜਿਹੜਾ ਕਿ 450 ਵੋਲਟ ਦਾ ਸੀ, ਪਰ 2019 ਦੇ ਵਿੱਚ ਇਹਨਾਂ ਨੇ ਕੰਮ HT ਦਾ ਪਾਤਾ, ਸਿੱਧਾ 11,000 ਵੋਲਟੇਜ ਦਾ ਪਾਤਾ, ਜਿਹੜਾ ਕਿ ਬਿਨਾਂ ਕਿਸੇ ਟ੍ਰੇਨਿੰਗ ਤੋਂ ਬਿਨਾਂ ਕਿਸੇ ਪ੍ਰਬੰਧ ਤੋਂ, ਮਤਲਬ ਹੁਣ ਬਿਨਾਂ ਟ੍ਰੇਨਿੰਗ ਤੋਂ ਹੀ ਉਹ ਚੜਾ ਦਿੰਦੇ ਨੇ ਲਾਈਨ ਬਿਨਾਂ ਟ੍ਰੇਨਿੰਗ ਤੋਂ। ਤੇ ਨਾ ਹੀ ਮਤਲਬ ਉਹਨੂੰ ਕੋਈ T&PR ਜਿਹੜਾ ਹੋਣਾ ਹੈ ਕਿ ਅਰਥ ਸਟਿਕ ਹੁੰਦੀ ਹੈ, ਅਰਥ ਸਟਿਕ ਦਿੱਤੀ ਜਾਵੇ ਤਾਂ ਕਾਮੇ ਦੇ ਕਰੰਟ ਨਹੀਂ ਲੱਗ ਸਕਦਾ, 80% ਬੰਦੇ ਦੇ ਚਾਂਸ ਬਚਾਓ ਹੋ ਸਕਦਾ। ਅੱਛਾ, ਨਕਾਰਾ ਵੀ ਹੋ ਗਿਆ, ਕਿਸੇ ਦੀ ਬਾਹ ਚਲੇਗੀ ਕਰੰਟ ਨਾਲ, ਕਿਸੇ ਦੀ ਲੱਤ ਚਲੇਗੀ, ਕਿਸੇ ਦਾ ਕੋਈ ਹੋਰ ਨੁਕਸਾਨ ਹੋ ਗਿਆ? ਬਿਲਕੁਲ ਜੀ, ਨਕਾਰਾ ਹੋ ਚੁੱਕਿਆ। ਮੈਂ ਮਤਲਬ ਕਈ ਕਾਮੇ ਆ ਜਿਹੜੇ ਨਕਾਰਾ ਹੋ ਚੁੱਕੇ। ਇੱਕ ਮੈਂ ਤੁਹਾਨੂੰ ਦੱਸ ਦਿੰਦਾ ਵੀ ਇੱਕ ਸਾਡੇ ਵਿੱਕੀ ਕੁਮਾਰ ਜੀ ਨੇ ਅਬੋਹਰ ਤੋਂ, ਜਿਨ੍ਹਾਂ ਦੇ ਕਿ 2 ਬਾਹਾਂ ਚਲੇ ਗਈਆਂ, 1 ਲੱਤ ਚਲੇ ਗਿਆ। ਇਹ ਪਿਛਲੇ ਸਮੇਂ ਦੇ ਵਿੱਚ ਕਰੋਨਾ ਦੇ ਵਿੱਚ ਹੀ, ਹੁਣੇ ਥੋੜੇ ਟਾਈਮ ਲੁਧਿਆਣੇ ਦੇ ਵਿੱਚ ਵੀ ਕੋਈ ਮੁਆਵਜ਼ਾ ਮਿਲਿਆ ਇਹਨਾਂ ਨੂੰ? ਇਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਮਤਲਬ ਮੈਨੇਜਮੈਂਟ ਨਾਲ ਲਗਾਤਾਰ ਆ ਪਿੱਛੇ ਜਿਹੜਾ ਸਰਕਾਰ ਨੇ ਕਰੋਨਾ ਦੇ ਵਿੱਚ ਇੱਕ 50 ਲੱਖ ਦਾ ਮਤਲਬ ਕੀਤਾ ਸੀ ਵੀ ਕਰੋਨਾ ਦੇ ਵਿੱਚ ਕੋਈ ਡੈਥ ਹੁੰਦੀ ਆ ਜਾਂ ਅਸੀਂ 50 ਲੱਖ ਬੀਮਾ ਦੇਵਾਂਗੇ। ਇਸ ਦੇ ਖਾਤਰ ਅਸੀਂ ਲਗਾਤਾਰ ਮਤਲਬ ਐਜੀਟੇਸ਼ਨ ਕਰ ਰਹੇ ਹਾਂ ਕਿ ਪਰਿਵਾਰ ਕੀ ਕਹਿੰਦੇ ਨੇ ਜਦੋਂ ਤੁਸੀਂ ਕਿਤੇ ਜਾਂਦੇ ਹੋ, ਮੈਨੇਜਮੈਂਟ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਦੇ ਹੋ ਜਾਂ ਕਿਰਤ ਮੰਤਰੀ ਨੇ ਬਲਬੀਰ ਸਿੱਧੂ ਉਹਨਾਂ ਨਾਲ ਗੱਲਬਾਤ ਕਰਦੇ ਹੋ ਤਾਂ ਕੀ ਕਹਿੰਦੇ ਨੇ ਉਹ? ਦੇਖੋ ਜੀ, ਅਸੀਂ ਪਿਛਲੇ ਸਮੇਂ ਦੇ ਵਿੱਚ ਇਹ ਮੰਤਰੀ ਜਿਹੜਾ ਆਪਣੇ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਮੰਤਰੀ ਜੀ ਨੇ, ਉਹਨਾਂ ਦੇ ਧਿਆਨ ਦੇ ਵਿੱਚ ਵੀ ਲਿਆਂਦਾ ਸੀ ਚਮਕੌਰ ਸਾਹਿਬ, ਜਦੋਂ ਉਹ ਬੇਰੁਜ਼ਗਾਰੀ ਦੇ ਮਾਮਲੇ ਸੀ ਉੱਥੇ ਮਤਲਬ ਪ੍ਰੋਜੈਕਟ ਕੀਤਾ ਸੀ, ਉਦੋਂ ਉਹਨਾਂ ਨੂੰ ਧਿਆਨ 'ਚ ਲਿਆਂਦਾ ਸੀ ਵੀ ਇੰਨੇ ਹਾਦਸੇ ਹੋ ਰਹੇ ਆ, ਉਹਨਾਂ ਨੇ ਕੋਈ ਗੱਲ ਨਹੀਂ ਸੁਣੀ। ਉਸ ਤੋਂ ਬਾਅਦ ਅਸੀਂ ਮੈਨੇਜਮੈਂਟ ਦੇ ਨਾਲ ਲਗਾਤਾਰ ਐਜੀਟੇਸ਼ਨ ਕਰ ਰਹੇ ਹਾਂ, ਧਿਆਨ 'ਚ ਲਿਆਂਦਾ, ਪਰ ਉਹ ਕੁਝ ਨਹੀਂ ਕਰ ਰਹੇ। ਪਿਛਲੇ ਸਮੇਂ 'ਚ 17/3 ਨੂੰ ਜਿਹੜਾ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਆ, ਉਹਨਾਂ ਨਾਲ ਮੀਟਿੰਗ ਹੋਈ, ਜਿਹਦੇ ਵਿੱਚ ਮਤਲਬ ਉਹਨਾਂ ਨੇ ਕਿਹਾ ਵੀ ਅਸੀਂ ਮਤਲਬ ਜਿਹੜੇ ਹਾਦਸਾ ਪੀੜਤ ਪਰਿਵਾਰ ਆ ਉਹਨਾਂ ਨੂੰ ਮੁਆਵਜ਼ਾ, ਨੌਕਰੀ ਦਾ ਪ੍ਰਬੰਧ ਕਰਾਂਗੇ, ਪਰ ਹਾਲੇ ਤੱਕ ਕਿਸੇ ਵੀ ਕਾਮੇ ਨੂੰ ਨਾ ਤਾਂ ਮੁਆਵਜ਼ਾ ਮਿਲਿਆ ਨਾ ਨੌਕਰੀ ਦਾ ਪ੍ਰਬੰਧ ਕੀਤਾ ਗਿਆ। ਅੱਛਾ, ਤੁਸੀਂ ਪਹੁੰਚ ਕੈਪਟਨ ਸਾਹਿਬ ਤੱਕ ਵੀ ਕਰ ਲਈ, ਤੁਸੀਂ ਬਲਬੀਰ ਸਿੱਧੂ ਹੋਰਾਂ ਤੱਕ ਵੀ ਕਰ ਲਈ, ਮੈਨੇਜਮੈਂਟ ਤੱਕ ਵੀ ਕਰ ਲਈ, ਪਰ ਕੋਈ ਰਾਹ ਜਿਹੜਾ ਦਿਖਦਾ ਨਹੀਂ ਹੈਗਾ। ਹੁਣ ਅੱਗੇ ਕੀ ਕਰਨ ਜਾ ਰਹੇ ਹੋ? ਅੱਗੇ ਸਾਡਾ ਲਗਾਤਾਰ ਅਸੀਂ ਦੇਖ ਲਓ ਸਾਡੇ ਰਿਕਾਰਡ, ਪਿਛਲੇ ਸਮੇਂ 'ਚ 2 ਜੂਨ ਨੂੰ ਅਸੀਂ ਵੱਡਾ ਇਕੱਠ ਕਰਕੇ ਪਟਿਆਲੇ ਦੀ ਧਰਤੀ ਤੇ ਕੀਤਾ। ਆ ਪਿੱਛੇ ਹੁਣ 15 ਜੁਲਾਈ ਨੂੰ, ਹਲੇ ਮਹੀਨਾ ਵੀ ਨਹੀਂ, 15 ਜੁਲਾਈ ਨੂੰ ਅਸੀਂ
ਮਤਲਬ ਕਿਰਤ ਕਮਿਸ਼ਨ ਦੇ ਪੰਜਾਬ ਮੋਹਾਲੀ ਦਫ਼ਤਰ ਦੇ ਅੱਗੇ ਕਿਰਤ ਵਿਭਾਗ ਦੇ ਉੱਥੇ ਕਰਕੇ ਆਏ ਆ ਤੇ ਜਿਹਦੇ ਰਿਕਾਰਡਿੰਗ ਸਾਡੀ ਮੀਟਿੰਗ ਮੈਨੇਜਮੈਂਟ ਨੇ 16 ਤਰੀਕ ਨੂੰ ਕੀਤੀ ਸੀ 16/7 ਨੂੰ ਤੇ ਉਹ ਤੋਂ ਬਾਅਦ ਸਾਡੀ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਜਿਹੜੀ 24/10 ਨੂੰ ਹੋਈ ਉਹਨਾਂ ਵਿੱਚ ਉਹਨਾਂ ਨੇ ਕੋਈ ਠੋਸ ਹੱਲ ਜਿਹੜਾ ਨਹੀਂ ਕੀਤਾ ਜਿਸ ਦੇ ਰਿਕਾਰਡਿੰਗ ਅਸੀਂ ਦੁਬਾਰਾ ਫੇਰ ਮਤਲਬ 18 ਅਗਸਤ ਨੂੰ ਪਰਿਵਾਰਾਂ ਤੇ ਬੱਚਿਆਂ ਸਮੇਤ ਮੋਹਾਲੀ ਕਿਰਤ ਕਮਿਸ਼ਨ ਪੰਜਾਬ ਦੇ ਦਫ਼ਤਰ ਅੱਗੇ ਧਰਨਾ ਦੇਣ ਜਾ ਰਹੇ ਹਾਂ। ਇਹ ਸਾਡੀ ਮਜਬੂਰੀ ਬਣ ਗਈ ਹੈ ਕਿ ਸਰਕਾਰ ਨੇ ਸਾਡੀ ਮਜਬੂਰੀ ਬਣਾਈ ਆ। ਹਾਦਸਾ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਦੂਜਾ ਸਾਡੇ ਜਿਹੜੇ ਮਤਲਬ ਕਰੋਨਾ ਕਹਿਰ ਦੇ ਦੌਰਾਨ ਐਮਰਜੈਂਸੀ ਡਿਊਟੀਆਂ ਨਿਭਾ ਰਹੇ ਆ ਉਹਨਾਂ ਕਾਮਿਆਂ ਦੀਆਂ ਮਤਲਬ ਵੱਡੇ ਪੱਧਰ ਤੇ ਛਾਂਟੀਆਂ ਕੀਤੀਆਂ। 1/6 ਨੂੰ ਛਾਂਟੀ ਕੀਤੀ ਆ 1/6/20 ਨੂੰ ਤੇ 15/7/20 ਨੂੰ ਕਾਮਿਆਂ ਦੀਆਂ ਛਾਂਟੀਆਂ ਕੀਤੀਆਂ। ਅੱਛਾ, ਹੁਣ ਵੀ ਮਤਲਬ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਕਰੋਨਾ ਕਾਲ ਦੇ ਦੌਰਾਨ ਜਦੋਂ ਇਹ ਮਹਾਮਾਰੀ ਹੈ ਤਾਂ ਕਿਸੇ ਨੂੰ ਨੌਕਰੀ ਤੋਂ ਹਟਾਉਣਾ ਨਹੀਂ, ਇਸ ਦੌਰਾਨ ਵੀ ਕੱਢੇ ਗਏ ਨੇ। ਹਾਂਜੀ ਬਿਲਕੁਲ ਜੀ, 1/6 ਨੂੰ ਮਤਲਬ ਕਾਮਿਆਂ ਦੀ ਵੱਡੀ ਪੱਧਰ ਤੇ ਖੰਨਾ ਕਿੰਨੇ ਸਰਕਲ ਦੇ ਵਿੱਚ ਕਿੰਨੇ ਨੇ ਇਹ 600 ਦੇ ਲਗਭਗ ਜਿਹੜੇ ਕਾਮੇ ਆ ਉਹਨਾਂ ਦੀ ਕੋਈ ਵਜ੍ਹਾ ਕਾਰਨ ਦੱਸਿਆ ਗਿਆ? ਕਾਰਨ ਮੈਨੇਜਮੈਂਟ ਇਹ ਦੱਸ ਰਹੀ ਹੈ ਕਿ ਅਸੀਂ ਏਲਮ ਦੀ ਭਰਤੀ ਦੇ ਬਹਾਨੇ ਹੇਠ ਉਹਨਾਂ ਨੂੰ ਮਤਲਬ ਘਰਾਂ ਨੂੰ ਤੋਰਿਆ ਜਾ ਰਿਹਾ ਹੈ, ਜਿਹੜੇ ਛਾਂਟੀ ਕੀਤੇ ਜਾ ਰਹੇ ਆ। ਅਸੀਂ ਇਹ ਪੁੱਛਣਾ ਚਾਹੁੰਦੇ ਆ ਸਰਕਾਰ ਤੇ ਮੈਨੇਜਮੈਂਟ ਤੋਂ ਕਿ ਅੱਜ ਬਿਜਲੀ ਬੋਰਡ ਦੇ ਵਿੱਚ ਕੰਮ ਕਿੰਨੇ ਲੱਖ ਕਨੈਕਸ਼ਨਾਂ ਦੀ ਗਿਣਤੀ ਹੋ ਚੁੱਕੀ ਆ, ਸੁੰਗੜ ਕੇ ਕਿੰਨੇ ਮੁਲਾਜ਼ਮ ਰਹਿ ਚੁੱਕੇ ਆ। ਜਿਹੜਾ ਹਾਦਸਿਆਂ ਦਾ ਕਾਰਨ ਵੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਵੀ ਹਾਦਸਿਆਂ ਦਾ ਕਾਰਨ ਵੀ ਇਹੀ ਕਾਰਨ ਆ ਕਿ ਮੁਲਾਜ਼ਮਾਂ ਦੀ ਘਾਟ ਆ, ਪਰ ਸਰਕਾਰ ਮਤਲਬ ਫੇਰ ਦੁਬਾਰਾ ਛਾਂਟੀਆਂ ਦੇ ਰਾਹ ਤੇ ਤੁਰੀ। ਅੱਛਾ, ਜਿਹੜਾ ਕੋਈ 10,000 10,500 ਤੇ ਮੁੰਡਾ ਲੱਗਿਆ ਹੋਇਆ ਹੈ, ਨੌਜਵਾਨ ਲੱਗਿਆ ਹੋਇਆ ਹੈ, ਆਪਣੀ ਜਾਨ ਜ਼ੋਖਮ ਦੇ ਵਿੱਚ ਪਾ ਰਿਹਾ, ਆਮ ਘਰਾਂ ਦੇ ਮੁੰਡੇ ਨੇ, ਜਮੇ ਸਧਾਰਨ ਪਰਿਵਾਰ ਦੇ? ਬਿਲਕੁਲ ਜੀ, ਸਧਾਰਨ ਪਰਿਵਾਰ ਦੇ ਨੇ, ਗਰੀਬ ਪਰਿਵਾਰਾਂ ਦੇ ਵਿੱਚੋਂ ਨੇ, ਕੋਈ ਲੈਂਡ ਲੋਡ ਨਹੀਂ ਇੱਥੇ। ਮਤਲਬ ਜਿਹੜੇ ਵੀ ਕੰਮ ਆ ਅਸੀਂ ਦੇਖਿਆ, ਤੁਹਾਨੂੰ ਦਿਖਾਵਾਂਗੇ ਵੀ ਆਉਣ ਵਾਲੇ ਸਮੇਂ 'ਚ। ਅਸੀਂ ਮਤਲਬ ਡੇਲੀ ਪੋਸਟ ਤੇ ਵੀ ਪਹਿਲਾਂ ਵੀ ਦਿਖਾਇਆ ਹੈ ਕਿ ਨਕਾਰਾ ਹੋਏ ਕੰਮ ਉਹਨਾਂ ਦੇ ਕਿਸੇ ਘਰ ਦੇ ਵਿੱਚ ਕੋਈ ਇਕੱਲਾ ਹੀ ਆ। ਅੱਛਾ, ਜਿਹੜਾ ਹੁਣ ਨਕਾਰਾ ਹੋ ਗਿਆ ਉਹ ਵੀ ਕੰਮ ਨਹੀਂ ਕਰ ਹੁੰਦਾ ਹੁਣ ਉਹ ਤੋਂ? ਉਹ ਬਿਲਕੁਲ ਨਹੀਂ ਜੀ, ਉਹ ਤੋਂ ਕੰਮ ਕਰ ਰਿਹਾ ਔਰ ਏਜ ਵੀ ਬਹੁਤ ਘੱਟ ਹੈ। ਕੋਈ 23 ਸਾਲ ਦੀ ਜਾ ਰਿਹਾ, ਕੋਈ 30 ਸਾਲ ਦੀ ਜਾ ਰਿਹਾ ਹੈ, ਮਤਲਬ ਉਹਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ। ਅੱਛਾ, ਫਿਰ ਬੇਰੁਜ਼ਗਾਰੀ ਦਾ ਕਾਰਨ ਇੱਧਰ ਆਉਣ ਦਾ? ਬਿਲਕੁਲ ਜੀ, ਬੇਰੁਜ਼ਗਾਰੀ ਆ, ਕੋਈ ਰੁਜ਼ਗਾਰ ਹੈ ਨਹੀਂ। ਜਿਹੜਾ ਕੱਚਾ ਪੀਲਾ ਰੁਜ਼ਗਾਰ ਮਿਲਿਆ ਹੋਇਆ ਹੈ ਇਹਨੂੰ ਵੀ ਸਰਕਾਰ ਖੋਣ ਤੇ ਤੁਲੀ ਹੋਈ ਆ। ਦੂਜਾ ਕੋਈ ਪ੍ਰਬੰਧ ਹੈ ਨਹੀਂ, ਸਿਸਟਮ ਬਿਲਕੁਲ ਹੀ ਬੇਕਾਰ ਆ। ਜਿਹੜਾ ਇਹ ਨਿੱਜੀਕਰਨ ਦੇ ਹਮਲੇ ਤਹਿਤ ਹੀ ਮਤਲਬ ਇਹ 2000 ਕਿੰਨੇ ਤੋਂ ਸ਼ੁਰੂ ਹੋਇਆ ਜਿਹੜਾ ਇਹ ਕੰਟਰੈਕਟ ਬੇਸਿਸ ਤੇ CHB ਨੂੰ ਰੱਖਣਾ? ਕਦ ਤੋਂ ਸ਼ੁਰੂ ਹੋਈ ਇਹ? ਸਰ 2003 ਬਿਜਲੀ ਐਕਟ ਜਿਹੜਾ ਮਤਲਬ ਉਹਨੂੰ ਲਾਗੂ ਕਰਕੇ 2011 ਦੇ ਵਿੱਚ ਬਿਜਲੀ ਬੋਰਡ ਨੂੰ ਭੰਗ ਕਰਕੇ ਦੋ ਕੰਪਨੀਆਂ ਦੇ ਵਿੱਚ ਵੰਡ ਕੇ 2011 ਤੋਂ CHB ਕਾਮੇ ਦੀ ਭਰਤੀ ਕੀਤੀ ਗਈ ਆ, ਜਿਹਦੇ ਤਹਿਤ ਮਤਲਬ ਬਹੁਤ ਪਿੱਛੇ ਇੱਕ ਤੁਹਾਡੇ ਨਾਲ ਹੋਰ ਅਸੀਂ ਗੱਲ ਇਹ ਸਾਂਝੀ ਕਰਨੀ ਚਾਹੁੰਦੇ ਆ ਜੀ ਕਿ CHB ਜਿਹੜਾ ਕੰਮ ਹੈ ਜਿਹੜੇ ਸਰਕਾਰ ਦਾ ਘੱਟੋ ਘੱਟ ਉਜਰਤਾ ਦੇਣੀ ਆ, ਕਿਰਤ ਵਿਭਾਗ ਦਾ ਰੇਟਾ ਵੀ ਘੱਟੋ ਘੱਟ ਉਜਰਤਾ ਦੇਣੀ ਆ, ਉਹ ਵੀ ਨਹੀਂ ਮਤਲਬ ਦਿੱਤੀ ਜਾ ਰਹੀ। ਉਹਦੇ ਵਿੱਚ ਵੀ ਮਤਲਬ ਵੱਡਾ ਕਪੜਾ ਪਿਛਲੇ ਸਮੇਂ 'ਚ ਕਰੋੜਾਂ ਰੁਪਈਆ ਹੈ। ਉਹ ਕਿਵੇਂ ਆ? ਉਹ ਇਹ ਹੈ ਵੀ ਜਿਵੇਂ ਮੰਨ ਲਓ ਮੈਨੂੰ ਅੱਜ 10,454 ਮਿਲ ਰਿਹਾ ਹੈ, ਜੇ ਅਸੀਂ ਪਿਛਲੇ ਸਮੇਂ 'ਚ ਗੱਲ ਕਰ ਲਈ ਵੀ ਮੈਨੂੰ 10,454 ਨਹੀਂ ਮਿਲਿਆ, ਮਿਲਣਾ ਚਾਹੀਦਾ 10,454 ਸੀ ਪਰ ਮਿਲਿਆ 7,000 ਹੀ ਆ। ਉਹ ਕਿਉਂ? ਉਹ ਮਤਲਬ ਠੇਕੇਦਾਰਾਂ ਦਾ ਕੱਪੜਾ ਤੇ ਮੈਨੇਜਮੈਂਟ ਦਾ ਕੱਪੜਾ, ਪੂਰਾ ਰਿਕਾਰਡ ਨਹੀਂ ਦਿੱਤਾ। ਕਿਸੇ ਨੂੰ 3500 ਦੇਤਾ ਜਿੱਥੇ 7000 ਮਿਲਣਾ ਚਾਹੀਦਾ ਸੀ, ਉੱਥੇ 3500 ਦਿੱਤਾ ਗਿਆ। ਉਹ ਕੋਈ ਕਾਰਨ ਵੀ ਦੱਸਦੇ ਹੋਣੇ ਨੇ ਇਸ ਗੱਲ ਦਾ? ਇਸ ਗੱਲ ਦਾ ਕਾਰਨ ਮਤਲਬ ਜੋ ਮੈਂ ਤੁਹਾਨੂੰ ਦੱਸਿਆ ਵੀ ਜੋ ਸਰਕਾਰ ਦਾ ਰੇਟ ਹੈ, ਇੱਕ ਸਕਿਲਡ ਰੇਟ ਸਾਨੂੰ ਦਿੱਤਾ ਜਾ ਰਿਹਾ ਹੈ। ਸਕਿਲਡ ਰੇਟ ਦਾ ਮਤਲਬ ਵੀ ਸਰਕਾਰ ਤੋਂ ਘੱਟ ਰੇਟ ਨਹੀਂ ਦੇ ਸਕਦੀ, ਪਰ ਉਹ ਘੱਟ ਰੇਟ ਮਤਲਬ ਠੇਕੇਦਾਰਾਂ ਦੀ ਅਣਗਹਿਲੀ ਦੇ ਕਾਰਨ ਬਿੱਲ ਪਾਸ ਮਤਲਬ ਧੱਕੇ ਨਾਲ ਕੀਤੇ ਅੱਛਾ, ਜਦੋਂ ਸਰਕਾਰ ਦੇ ਮੰਤਰੀਆਂ ਤੋਂ ਤੁਹਾਡੇ ਬਾਰੇ ਸਵਾਲ ਕਰਦੇ ਆ, ਉਹ ਕਹਿੰਦਾ ਤੁਸੀਂ ਸਿੱਧੀ ਸਾਡੇ ਨਾਲ ਅਟੈਚ ਨਹੀਂ ਹੈਗੇ, ਤੁਸੀਂ ਕੰਪਨੀਆਂ ਦੇ ਆਊਟਸੋਰਸਿੰਗ ਰਾਹੀਂ ਵਰਕ ਕਰੋ ਤੇ ਤੁਸੀਂ ਕੰਪਨੀਆਂ ਦੇ ਖਿਲਾਫ ਪ੍ਰੋਟੈਸਟ ਕਰੋ, ਸਰਕਾਰ ਖਿਲਾਫ ਨਾ ਕਰੋ। ਦੇਖੋ ਜੀ, ਜੇ ਅੱਜ ਕੋਈ ਵਰਕਰ ਕੰਮ ਤੇ ਆਇਆ ਹੈ ਤਾਂ ਉਹਨੂੰ ਘਰ ਤੋਂ ਚੱਲ ਕੇ ਤਾਂ ਆਇਆ ਨਹੀਂ, ਸਰਕਾਰ ਨੇ ਪਾਲਿਸੀ ਲਿਆਂਦੀ ਆ, ਪਾਲਿਸੀ ਦੇ ਤਹਿਤ ਆਇਆ। ਦੂਜੀ ਗੱਲ ਹੈ ਵੀ ਮਹਿਕਮੇ ਦਾ ਕੰਮ ਕਰ ਰਿਹਾ ਹੈ, ਡਿਪਾਰਟਮੈਂਟ ਦਾ ਕੰਮ ਕਰ ਰਿਹਾ ਹੈ। ਤੇ ਤੀਜਾ ਇਹ ਹੈ ਵੀ 1948 ਦੇ ਐਕਟ ਦੇ ਤਹਿਤ, ਉਹ ਡਿਸਟ੍ਰੀਬਿਊਟ ਐਕਟਾਂ ਦੇ ਤਹਿਤ ਮਤਲਬ ਇਹ ਸਾਡੇ ਪ੍ਰਿੰਸੀਪਲ ਅੰਪਲਾਇਰ ਨੇ, ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਜੇ ਸਾਨੂੰ ਘੱਟ ਤਨਖਾਹ ਮਿਲਦੀ ਆ, ਜੇ ਸਾਡਾ EPF ਨਹੀਂ ਮਿਲਦਾ, ਜੇ ਸਾਨੂੰ ਹਾਦਸਾ ਪੀੜਤ ਪਰਿਵਾਰ ਨੂੰ ਮੁਆਵਜ਼ਾ ਨਹੀਂ ਮਿਲਦਾ ਤਾਂ ਉਹਦਾ ਮਹਿਕਮਾ ਜ਼ਿੰਮੇਵਾਰ ਆ ਤੇ ਸਰਕਾਰ ਜ਼ਿੰਮੇਵਾਰ ਆ। ਤੁਹਾਨੂੰ ਇਹ ਸ਼ਰਤਾਂ 'ਚ ਲਿਖਿਆ ਗਿਆ ਸੀਗਾ ਜਦੋਂ ਤੁਹਾਨੂੰ ਰੱਖਿਆ ਗਿਆ ਸੀਗਾ CHB ਨੂੰ ਕਿ ਤੁਹਾਨੂੰ ਗਰੁੱਪ ਇੰਸ਼ੋਰੈਂਸ ਦੇਣੀ ਹੈ, ਤੁਹਾਨੂੰ ਤੁਹਾਡਾ EPF ਹੋਏਗਾ, ਤੁਹਾਡੀ ਪੈਨਸ਼ਨ ਸਕੀਮ ਹੋਏਗੀ ਜਾਂ ਹੋਰ ਬੈਨੀਫਿਟਸ ਹੋਣਗੇ? ਬਿਲਕੁਲ ਜੀ, ਇਹ ਲਿਖਿਆ ਗਿਆ ਹੈ। 5 ਲੱਖ ਰੁਪਇਆ ਗਰੁੱਪ ਇੰਸ਼ੋਰੈਂਸ ਦਾ ਲਿਖਿਆ ਗਿਆ ਹੈ। 5 ਲੱਖ ਰੁਪਇਆ ਜਿਹੜਾ ਗ੍ਰੈਜੂਟੀ ਮਿਲਣੀ ਆ, ਜਿਵੇਂ ਕਿ ਉਹ 19/2/19 ਨੂੰ ਚਿੱਠੀ ਜਾਰੀ ਹੋਈ ਆ, ਉਹ ਮਤਲਬ ਚਿੱਠੀ ਜਾਰੀ ਹੋ। ਤੀਜਾ ਬਈ ਮਤਲਬ ਜਿਹੜਾ EPF ESI ਆ ਉਹ ਵਿੱਚ ਲਿਖਿਆ ਗਿਆ, ਤਨਖਾਹ ਦਾ ਵੇਰਵਾ ਵਿੱਚ ਪਾਇਆ ਗਿਆ। ਮਿਲਦਾ ਕੁਝ ਨਹੀਂ ਉਹਨਾਂ ਚੋਂ? ਮਿਲਦਾ ਕੁਝ ਨਹੀਂ ਹੈਗਾ। ਤੁਸੀਂ ਫਿਰ ਬਸ ਸਿਰਫ ਹੁਣ ਐਜੀਟੇਸ਼ਨਾਂ ਤੱਕ ਹੀ ਸੀਮਤ ਹੋ ਜਾਂ ਹੋਰ ਕੋਈ ਕਾਨੂੰਨੀ ਲੜਾਈ ਵੀ ਲੜ ਸਕਦੇ ਹੋ ਇਸ ਦੇ ਖਿਲਾਫ? ਸਰ ਅਸੀਂ ਮਤਲਬ ਕਾਨੂੰਨੀ ਕਾਰਵਾਈ ਲਗਾਤਾਰ 2016 ਤੋਂ, ਜਿਹੜਾ ਇਹ ਕਹਿੰਦੇ ਨੇ ਵੀ ਕਿਰਤ ਵਿਭਾਗ ਇੱਕ ਕਿਰਤੀਆਂ ਲਈ ਮੰਦਰ ਹੁੰਦਾ, ਠੀਕ ਹੈ ਨਾ, ਉਸ ਦੇ ਰਿਕਾਰਡਿੰਗ ਵੀ ਅਸੀਂ ਚੱਲ ਰਹੇ ਹਾਂ, ਠੀਕ ਹੈ ਜੀ। ਅਸੀਂ ਉਹਦੇ ਰਾਹੀਂ ਜਿਹੜਾ 1936 ਐਕਟ ਆ
ਜਿਹਦੇ ਵਿੱਚ ਇਹ ਆਉਂਦਾ ਹੈ ਵੀ ਜੇ 10 ਤੋਂ ਲੈ ਕੇ ਕਾਮੇ ਨੂੰ ਤਨਖਾਹ ਘੱਟ ਮਿਲਦੀ ਹੈ, 10 ਤੋਂ ਲੈ ਕੇ 7 ਤੱਕ ਨਹੀਂ ਮਿਲਦੀ, ਤਾਂ 10 ਗੁਣਾ ਵਿਆਜ ਨੂੰ ਮਿਲਣੀ ਹੈ। ਇਹ ਸਾਡੇ ਕਾਮਿਆਂ ਦੇ ਵੀ ਕੇਸ ਕਈ ਥਾਵਾਂ ਤੇ ਲਾਏ ਆ, ਪਰ ਹਾਲੇ ਤੱਕ ਉਸ ਕੇਸ ਦੇ ਵਿੱਚੋਂ ਵੀ ਕਿਸੇ ਕਾਮੇ ਨੂੰ ਕੋਈ ਮੁਆਵਜ਼ਾ ਜਾਂ ਸਮੇਂ ਸਿਰ ਤਨਖਾਹ ਮਿਲਦੀ ਹੈ ਜਾਂ ਲੇਟ ਫਿਟ ਵੀ ਹੁੰਦੀ ਹੈ? ਇਹ ਵੀ ਬਹੁਤ ਲੇਟ ਹੁੰਦੀ ਹੈ ਜੀ। ਕਈ ਵਾਰ ਮਤਲਬ 3-3 ਸਾਲ, ਸੌਰੀ 3-3 ਮਹੀਨੇ ਮਤਲਬ ਕਾਮੇ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ। ਕਈ ਕਾਮਿਆਂ ਦੀ ਹਾਲੇ ਵੀ 3 ਸਾਲ ਹੋ ਗਏ ਸਾਨੂੰ, ਮੈਂ 2016 ਤੋਂ ਹਾਲੇ ਤੱਕ ਉਹ ਕਾਮੇ ਦੀ ਤਨਖਾਹ ਵੀ ਜਿਹੜਾ 155 ਬੰਦੇ ਦੀ ਇਸ ਬਿਜਲੀ ਦਾ ਕਰੰਟ ਲੱਗਣ ਕਾਰਨ ਡਿਊਟੀ ਦੌਰਾਨ ਡੈਥ ਹੋਈ ਆ, ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ, ਫਿਰ ਉਹਨਾਂ ਦਾ ਘਰਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਹੋ ਗਿਆ ਹੋਣਾ। ਹਾਂਜੀ ਬਿਲਕੁਲ, ਉਹਨਾਂ ਦਾ ਗੁਜ਼ਾਰਾ ਚਲਾਉਣਾ ਬਹੁਤ ਮੁਸ਼ਕਲ ਹੋਇਆ ਪਿਆ, ਕਿਉਂਕਿ ਉਹਨਾਂ ਦੇ ਛੋਟੇ ਬੱਚੇ ਨੇ ਜਿਹੜੇ ਮਤਲਬ ਉਹਨਾਂ ਦੇ ਪੜ੍ਹਾਈ ਲਿਖਾਈ ਦਾ ਖਰਚਾ ਸਾਰਾ ਇੱਕੋ ਇੱਕ ਪਿਓ ਸੀ, ਉਹ ਮਤਲਬ ਡੀਕਦਾ ਸੀ ਆਪਣਾ ਮੇਰਾ ਪਾਪਾ ਆਏਗਾ, ਪਰ ਸਾਡਾ ਇਹੋ ਜਿਹਾ ਕੰਮ ਆ, ਅਸੀਂ ਸਵੇਰੇ ਘਰ ਤੋਂ ਆਉਂਦੇ ਆ, ਸ਼ਾਮ ਨੂੰ ਘਰੇ ਪਰਤਣਾ ਕਿ ਨਹੀਂ ਪਰਤਣੇ ਦੀ ਕੋਈ ਗਾਰੰਟੀ ਨਹੀਂ ਹੈਗੀ। ਜਦੋਂ ਤੁਸੀਂ ਕੰਮ ਕਰ ਰਹੇ ਹੁੰਦੇ ਹੋਣੇ 11000 ਵੋਲਟ ਤੇ, ਜਿਹਦੇ ਕੋਈ ਨੇੜੇ ਨੂੰ ਨਹੀਂ ਲੰਘਦਾ ਹੈਗਾ, ਕਰੰਟ ਇੰਨਾ ਜ਼ਿਆਦਾ ਹੁੰਦਾ, ਤੇ ਉੱਥੇ ਬਹੁਤ ਵਾਰ ਮੈਂ ਦੇਖਿਆ ਕਿ ਕਈ ਵਾਰੀ ਲਟਕਦੇ ਦੀ ਉੱਪਰ ਡੈੱਡ ਬੋਡੀ ਪਈ ਹੁੰਦੀ ਹੈ, ਕਈ ਵਾਰੀ ਕਰੰਟ ਲੱਗ ਜਾਂਦਾ, ਬਹੁਤ ਇਸ ਤਰ੍ਹਾਂ ਦੇ ਹਾਦਸੇ ਹਰ ਰੋਜ਼ ਸਾਡੇ ਕੋਲ ਖਬਰਾਂ ਆਉਂਦੀਆਂ ਨੇ ਇਸ ਤਰ੍ਹਾਂ ਦੀਆਂ। ਹਾਂਜੀ ਇਹ ਕਾਰਨ, ਜਿਵੇਂ ਆਪਾਂ ਗੱਲ ਕਰਦੇ ਆ, ਇਹ ਕਾਰਨ ਹੈਗਾ ਬਿਜਲੀ ਬੋਰਡ ਦੀ ਮੈਨੇਜਮੈਂਟ ਦੀਆਂ ਅਣਗਹਿਲੀਆਂ ਦਾ ਕਾਰਨ, ਜੇ ਉਹ ਸੇਫਟੀ ਕਿੱਟਾਂ ਮੁਹੱਈਆ ਚੰਗੀ ਤਰ੍ਹਾਂ ਕਰਵਾ ਦੇਣ। ਦੂਜਾ ਇੱਕ ਗੱਲ ਹੋਰ ਹੈ ਵੀ ਇੱਕ ਜਿਹੜਾ ਪਰਮਿਟ ਨਹੀਂ ਲਿਆ ਜਾਂਦਾ। ਇਹ ਕੀ ਕਾਰਨ ਹੈ ਕਿ ਪਰਮਿਟ ਨਹੀਂ ਲਿਆ ਜਾਂਦਾ? ਪਿੱਛੋਂ ਸੁੱਚ ਖੋਲ ਦਿੱਤੀ ਜਾਂਦੀ ਹੈ, ਪਿੱਛੋਂ ਕਹਿੰਦੇ ਕਿਸੇ ਨੇ ਲਾਈਨ ਕਰੰਟ ਛੱਡਤਾ, ਉਧਰ ਹਜੇ ਕੋਈ ਠੀਕ ਕਰ ਰਹੇ ਹੁੰਦੇ ਆ, ਮੁਰੰਮਤ ਚੱਲ ਰਹੀ ਹੁੰਦੀ ਹੈ, ਤੇ ਪਿੱਛੋਂ ਲਾਈਟ ਛੱਡ ਦਿੱਤੀ ਜਾਂਦੀ ਹੈ, ਫਿਰ ਕਰੰਟ ਲੱਗ ਜਾਂਦਾ। ਬਿਲਕੁਲ ਜੀ, ਜਿਹੜਾ ਮਤਲਬ ਜੇਈ ਦੇ ਰਿਕਾਰਡਿੰਗ ਕੰਮ ਲਿਆ ਜਾਂਦਾ, ਜੇਈ ਨੂੰ ਕਿਹਾ ਜਾਂਦਾ ਕਿ ਲਾਈਨ ਬੰਦ ਹੈ, ਹੁਣ ਸੀਐਚਬੀ ਨੂੰ ਕਿਹਾ ਜਾਂਦਾ ਕਿ ਹਾਂ ਪਰਮਿਟ ਹੋ ਗਿਆ, ਪਰ ਆ ਪਿੱਛੇ ਕੱਲ ਦੀ ਗੱਲ ਮੈਂ ਤੁਹਾਨੂੰ ਦੱਸਦਾ, ਮਾਛੀਵਾੜਾ ਦੇ ਵਿੱਚ ਆ, ਉੱਥੇ ਮਤਲਬ ਲਾਈਨ ਦਾ ਪਰਮਿਟ ਵੀ ਦੱਸਿਆ ਜਾ ਰਿਹਾ ਹੋ ਗਿਆ, ਬਟ ਲਾਈਨ ਕਿੱਥੋਂ ਚੱਲੀ ਆ ਇਸ ਦਾ ਕੋਈ ਪਤਾ ਨਹੀਂ ਹੈ। ਫਿਰ ਜ਼ਿੰਮੇਵਾਰੀ ਨਹੀਂ ਕਿਸੇ ਦੀ ਫਿਕਸ ਹੁੰਦੀ? ਜੇ ਇਸ ਤਰ੍ਹਾਂ ਦਾ ਹਾਦਸਾ ਵਾਪਰਦਾ ਹੈ ਕਿ ਤੁਸੀਂ ਪਰਮਨੈਂਟ ਲਿਆ ਹੋਇਆ ਹੈ, ਬਿਜਲੀ ਬੰਦ ਹੈ, ਲਾਈਟ ਛੱਡੀ ਨਹੀਂ ਜਾ ਸਕਦੀ ਉੱਥੇ, ਤੇ ਉਸ ਦੌਰਾਨ ਹੀ ਕਰੰਟ ਆ ਜਾਂਦਾ, ਤੇ ਉਹਦੇ ਲਈ ਕੋਈ ਤਾਂ ਜ਼ਿੰਮੇਵਾਰ ਹੋਊਗਾ ਨਾ? ਉਹਦੇ ਲਈ ਜ਼ਿੰਮੇਵਾਰ ਤਾਂ ਮਤਲਬ ਮੈਨੇਜਮੈਂਟ ਅਧਿਕਾਰੀ ਨੇ ਜੀ। ਕਿਸੇ ਨੇ ਤਾਂ ਸੁੱਚ ਖੋਲੀ ਨਾ, ਕਿਸੇ ਨੇ ਤਾਂ ਸੁੱਚ, ਉਹੀ ਗੱਲ ਹੈ ਨਾ ਵੀ ਮੈਨੇਜਮੈਂਟ ਦੇ ਅਧਿਕਾਰੀ ਨੇ ਜਿਹੜੇ ਉੱਥੇ ਪਰਮਿਟ ਦੇ ਨਹੀਂ ਮਤਲਬ ਕਰ ਰਹੇ, ਜਿਹਨੇ ਲੈਣਾ ਜਾਂ ਉਹ ਲਿਆ ਨਹੀਂ ਹੈਗਾ। ਇਹਨੂੰ ਸੀਰੀਅਸਲੀ ਕਿਉਂ ਨਹੀਂ ਲੈਂਦੇ ਹੈਗੇ ਇਹ ਮੈਨੇਜਮੈਂਟ ਤੋਂ? ਇਹ ਸੀਰੀਅਸਲੀ ਇਸ ਗੱਲ ਕਰਕੇ ਵੀ ਨਹੀਂ, ਕਈ ਵਾਰੀ ਕੰਮ ਦਾ ਵੀ ਜ਼ਿਆਦਾ ਬੋਝ ਹੈ ਜੀ, ਉਹਨਾਂ ਨੂੰ ਇਹ ਹੁੰਦਾ ਵੀ ਫਲਾਣੇ ਫੀਡਰ ਛੇਤੀ ਤੋਂ ਛੇਤੀ ਚੱਲੇ ਵੇ, ਦੂਜਾ ਚਲਾਉਣਾ ਹੈ, ਕਿਉਂਕਿ ਮੁਲਾਜ਼ਮਾਂ ਦੀ ਸਭ ਤੋਂ ਵੱਡਾ ਗੱਲ ਹੈ, ਜਿਹੜੇ ਹਾਦਸੇ ਹੋ ਰਹੇ ਆ ਇਹ ਮੁਲਾਜ਼ਮਾਂ ਦੀ ਘਾਟ ਹੈ। ਜਿਹੜਾ T&P ਔਜ਼ਾਰ ਹੈ ਉਹ ਦਿੱਤਾ ਨਹੀਂ ਜਾ ਰਿਹਾ। ਪਰ ਕਿਸੇ ਦਾ ਘਰ ਉਜੜ ਜਾਂਦਾ, ਜੇ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਕਿਸੇ ਦਾ ਘਰ ਉਜੜ ਜਾਂਦਾ, ਜਿਹਦਾ ਪਤੀ ਚਲੇ ਗਿਆ ਉਹਦਾ ਸੁਹਾਗ ਉਜੜ ਜਾਂਦਾ, ਜਿਹਦੇ ਬੱਚਿਆਂ ਦਾ ਪਿਤਾ ਚਲੇ ਗਿਆ ਉਹਦੇ ਬੱਚੇ ਯਤੀਮ ਹੋ ਜਾਂਦੇ ਨੇ, ਕਿਸੇ ਭੈਣ ਦਾ ਭਰਾ ਚਲੇ ਜਾਂਦਾ। ਇਸ ਦੇ ਲਈ ਜ਼ਿੰਮੇਵਾਰੀ ਤਾਂ ਫਿਕਸ ਹੋਣੀ ਚਾਹੀਦੀ ਹੈ। ਬਿਲਕੁਲ ਜੀ ਬਿਲਕੁਲ, ਇਹ ਹੋਣੀ ਚਾਹੀਦੀ ਹੈ, ਪਰ ਮੈਨੇਜਮੈਂਟ ਇਸ ਗੱਲ ਤੋਂ ਲਗਾਤਾਰ, ਸਰਕਾਰ ਇਸ ਗੱਲ ਤੋਂ ਭੱਜ ਰਹੀ ਆ। ਤੁਸੀਂ ਮਤਲਬ ਦੇਖ ਲਓ, ਅਸੀਂ ਲਗਾਤਾਰ ਐਜੀਟੇਸ਼ਨ, ਮੈਂ ਤੁਹਾਨੂੰ ਰਿਕਾਰਡ ਵੀ ਸਾਰੇ ਪੇਸ਼ ਕਰ ਦੇਵਾਂਗਾ, ਅਸੀਂ ਲਗਾਤਾਰ ਐਜੀਟੇਸ਼ਨਾਂ ਕਰਕੇ ਮੀਟਿੰਗਾਂ ਹੋਈਆਂ, ਪਰ ਮੀਟਿੰਗਾਂ ਦੇ ਰਿਕਾਰਡਿੰਗ ਮਤਲਬ ਕੋਈ ਵੀ ਮੰਗਾਂ ਦਾ ਜਿਹੜਾ ਹੱਲ ਆ, ਸਰਕਾਰ ਤੇ ਮੈਨੇਜਮੈਂਟ ਕੰਨ ਤੇ ਜੂ ਨਹੀਂ ਸਰਕ ਰਹੀ। ਇਹ ਲਿਸਟ ਹੈ ਇਹਨਾਂ ਕੋਲੇ, ਹਾਲਾਂਕਿ ਇਹ ਲਿਸਟ ਕਹਿੰਦੇ ਨੇ ਕਿ ਇਸ ਤੋਂ ਵੀ ਵੱਡੀ ਹੈ। 155 ਬੰਦਿਆਂ ਦੀ ਲਿਸਟ ਤਾਂ ਉਹ ਹੈ ਜਿਨ੍ਹਾਂ ਦੀ ਬਿਜਲੀ ਠੀਕ ਕਰਦੇ ਸਮੇਂ ਮੌਤ ਹੋ ਗਈ। ਇਸ ਤੋਂ ਬਿਨਾਂ ਇੱਕ ਲਿਸਟ ਇਹਦੇ ਵਿੱਚ ਉਹ ਵੀ ਹੈ ਕਿ ਜਿਵੇਂ ਵਰਿੰਦਰ ਸਿੰਘ ਸਾਹਨੇਵਾਲ ਤੋਂ ਨੇ, ਬਾਹਾਂ ਤੇ ਲੱਤਾਂ ਇਹਨਾਂ ਦੇ ਖਰਾਬ ਹੋ ਗਈਆਂ, ਖਰਚਾ ਹੋਇਆ ਇਹਨਾਂ ਤੇ 15 ਲੱਖ ਰੁਪਇਆ, ਮਤਲਬ ਹਾਦਸਾ ਵਾਪਰ ਗਿਆ। ਇਸ ਤਰ੍ਹਾਂ ਵਿੱਕੀ ਕੁਮਾਰ ਹੈ ਅਬੋਹਰ ਤੋਂ, ਰਾਕੇਸ਼ ਕੁਮਾਰ ਹੈ ਜਨਤਾ ਨਗਰ ਲੁਧਿਆਣਾ ਤੋਂ, ਤਮਾਮ ਨਾਮ ਨੇ, ਹਰਦੇਵ ਸਿੰਘ ਹੈ ਬਠਿੰਡਾ ਤੋਂ, ਮਤਲਬ ਜਿਨ੍ਹਾਂ ਦੀ ਕਿਸੇ ਦੀ ਰੀੜ੍ਹ ਦੀ ਹੱਡੀ ਨਕਾਰਾ ਹੋ ਗਈ, ਕੋਈ ਬਾਹਾਂ ਤੋਂ ਅਪੰਗ ਹੋ ਗਿਆ, ਕਿਸੇ ਦੀ ਇੱਕ ਬਾਂਹ ਤੇ ਪੈਰ ਦੀ ਉਂਗਲੀ ਕੱਟੀ ਗਈ, ਸਾਰੇ ਕਰੰਟ ਲੱਗ ਗਿਆ ਇਹਨਾਂ ਨੂੰ, ਤੇ ਉਸ ਦੌਰਾਨ ਹਾਦਸਾ ਹੋਇਆ, ਤੇ ਉਸ ਦੌਰਾਨ ਕਿਸੇ ਦੀ ਮੌਤ ਹੋ ਗਈ, ਤੇ ਕੋਈ ਨਕਾਰਾ ਹੋ ਗਿਆ, ਕਿਸੇ ਦਾ ਲੱਕ ਪੂਰੀ ਤਰ੍ਹਾਂ ਸੜ ਗਿਆ, ਕਿਸੇ ਦੀ ਬਾਂਹ ਖਰਾਬ ਹੋ ਗਈ, ਕਿਸੇ ਦੀਆਂ ਅੰਗੂਠਾ ਤੇ 2 ਉਂਗਲਾਂ ਕੱਟੀਆਂ ਗਈਆਂ, ਕਿਸੇ ਦੀ ਰੀੜ੍ਹ ਦੀ ਹੱਡੀ ਨਕਾਰਾ ਹੋ ਗਈ। ਸਾਰੀ ਲਿਸਟ ਹੈ ਨਾ ਕੋਲੇ ਵਿਦ ਨੇਮ ਤੇ ਵਿਦ ਐਡਰੈਸ। ਪਰ ਵੱਡੀ ਗੱਲ ਇਹ ਹੈ ਕਿ ਜਾਨ ਵੀ ਚਲੇ ਗਈ, ਨਕਾਰਾ ਵੀ ਹੋ ਗਏ, ਸਰਕਾਰਾਂ ਦੇ ਕੰਨ ਤੇ ਜੂੰ ਨਹੀਂ ਸਰਕੀ, ਸਰਕਾਰਾਂ ਨੇ ਨਾ ਤਾਂ ਕੋਈ ਮੁਆਵਜ਼ਾ ਦਿੱਤਾ, ਨਾ ਜਿਹੜੇ ਆਪਣੇ ਵਾਅਦੇ ਕੀਤੇ ਹੋਏ ਸੀਗੇ। ਜਿਹੜੀ ਇਹ ਚਿੱਠੀ ਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਕਿ ਐਕਸ ਗ੍ਰੇਸ਼ੀਆ 1 ਲੱਖ ਦਾ ਇਨ ਕੇਸ ਆਫ ਡੈਥ ਇਨ ਹਾਰਨੈਸ ਐਂਡ 5 ਲੱਖ ਇਨ ਕੇਸ ਆਫ ਡੈਥ ਡਿਊ ਟੂ ਐਕਸੀਡੈਂਟ ਵਾਈਲ ਔਨ ਡਿਊਟੀ, ਕਿ ਡਿਊਟੀ ਦੌਰਾਨ ਜੇ ਹੋਊਗਾ ਕੋਈ ਹਾਦਸਾ ਇਸ ਤਰ੍ਹਾਂ ਦਾ 5 ਲੱਖ ਮਿਲੂਗਾ, ਤੇ 1 ਲੱਖ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਮਿਲੂਗੀ। ਇਹ ਮਿਲਿਆ ਕਿਸੇ ਨੂੰ? ਜਿਹੜੇ 5 ਲੱਖ ਦੀ ਗੱਲ ਹੈ, 1 ਲੱਖ ਦੀ ਗੱਲ ਹੈ, ਜਾਂ ਗ੍ਰੈਚੁਇਟੀ ਐਜ਼ ਪਰ ਐਕਟ ਹੈ, ਇਹ ਕਿਸੇ ਨੂੰ ਮਿਲੀ? ਇਹ ਕਿਸੇ ਨੂੰ ਨਹੀਂ ਦਿੱਤਾ ਗਿਆ ਹੁਣ ਤੱਕ, ਜਦੋਂ ਦਾ ਇਹ ਮਤਲਬ ਪੱਤਰ ਜਾਰੀ ਕੀਤਾ ਕਿਸੇ ਨੂੰ ਵੀ ਨਹੀਂ ਦਿੱਤਾ ਗਿਆ ਹੈਗਾ। ਇਹ ਜਿਹੜੀ ਡੇਟ ਹੈ ਇਹ ਪੱਤਰ ਦੀ, ਇਹ 17/9/19, ਹਾਂਜੀ 17/9/19 ਹੈ। ਉਸ ਤੋਂ ਬਾਅਦ ਵੀ ਹਾਦਸੇ ਵਾਪਰੇ ਨੇ ਬਿਲਕੁਲ, ਉਹਨਾਂ ਨੂੰ ਵੀ ਕੋਈ ਨਹੀਂ ਦਿੱਤਾ, ਕੋਈ ਵੀ ਨਹੀਂ ਦਿੱਤਾ ਗਿਆ। ਸੋ ਇਹ ਸਾਡੀਆਂ ਸਰਕਾਰਾਂ ਦਾ ਹਾਲ ਹੈ। ਇਹ ਜਿਹੜੇ ਨੌਜਵਾਨ ਨੇ, ਤੁਸੀਂ ਦੇਖੋ ਕਿ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਨੇ 10,454 ਰੁਪਏ ਦੇ ਵਿੱਚ, ਕਿ ਆਊਟਸੋਰਸਿੰਗ ਰਾਹੀਂ ਇਹਨਾਂ ਨੂੰ ਰੱਖਿਆ ਹੋਇਆ ਕਿ ਸਰਕਾਰ ਜਿਹੜੀ ਹੈ ਉਹ ਕੰਪਨੀ ਨੂੰ ਟੈਂਡਰ ਦੇ ਦਿੰਦੀ ਹੈ।